ਪਹਿਲਾਂ ਜਦ ਵੀ ਤੁਹਾਨੂੰ ਆਈਡੀਆ ਆਏ ਉਹਦਾ ਛੋਟਾ ਵਰਜ਼ਨ ਉਠਾਓ ਰਾਈਟ। ਛੋਟਾ ਵਰਜ਼ਨ ਉਠਾ ਕੇ ਕੁਝ ਛੋਟੀ ਜਿਹੀ ਐਗਜ਼ੀਕਿਊਸ਼ਨ ਕਰੋ ਤੇ ਕਸਟਮਰ ਕੋਲੇ ਜਾਓ ਰਾਈਟ। ਕਸਟਮਰ ਕੋਲੇ ਜਾ ਕੇ ਜਸਟ ਟਰਾਈ ਟੂ ਫਾਈਂਡ ਆਊਟ ਕਿ ਕਸਟਮਰ ਨੂੰ ਕਿਵੇਂ ਜਿਹਾ ਲੱਗ ਰਿਹਾ ਆਈਡੀਆ। ਹੁਣ ਇਹ ਵੀ ਹੋ ਸਕਦਾ ਕਿ ਮੈਨੂੰ ਸਭ ਕੁਝ ਪਤਾ ਹੈ ਤੇ ਮੈਂ ਹੀ ਬਣਾਦਾ ਰਾਈਟ ਐਂਡ ਦੈਨ ਜਸਟ ਉਹਨੂੰ ਵੇਚੋ, ਬਟ ਤੁਹਾਨੂੰ ਨਹੀਂ ਪਤਾ ਸਭ ਕੁਝ ਰਾਈਟ। ਤਾਂ ਤੁਹਾਨੂੰ ਛੋਟਾ ਜਿਹਾ ਕੁਝ ਕਰਕੇ ਕਸਟਮਰ ਨਾਲ ਬਣਾਉਣਾ, ਦੈਟਸ ਦ ਬੈਸਟ ਵੇ। ਤੁਸੀਂ ਕਿੰਨਾ ਫੇਲੀਅਰਸ ਨੂੰ ਐਕਸੈਪਟ ਕਰ ਸਕਦੇ ਹੋ, ਕਿੰਨੀ ਵਾਰ ਤੁਸੀਂ ਗਿਰਦੇ ਹੋ ਤੇ ਬਾਰ-ਬਾਰ ਖੜੇ ਹੋ ਸਕਦੇ ਹੋ, ਉਹ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਤੁਹਾਡੀ ਬੈਕਿੰਗ ਕਿੰਨੀ ਹੈਗੀ ਆ, ਤੁਹਾਡੇ ਕੋਲ ਕੋ-ਫਾਊਂਡਰਸ ਕਿੰਨੇ ਵਧੀਆ ਨੇ, ਤੁਹਾਡੇ ਕੋਲ ਸਪੋਰਟ ਸਿਸਟਮ ਕਿਹੋ ਜਿਹਾ ਹੈਗਾ, ਇਹ ਸਾਰੇ ਫੈਕਟਰਸ ਕਾਫੀ ਮੈਟਰ ਕਰਦੇ ਤੇ ਮੈਂ ਘਰੇ ਬੈਠ ਕੇ ਸੋਚੀ ਕਿ ਇਹ ਤਾਂ ਬਹੁਤ ਵਧੀਆ ਆਈਡੀਆ ਤੇ ਕੰਜ਼ਿਊਮਰ ਨੂੰ ਸਮਝ ਨਾ ਆਏ ਤਾਂ ਫਿਰ ਕੀ ਫਾਇਦਾ। ਸਿੰਪਲ ਜੀ ਗੱਲ ਹੈ, ਤੁਹਾਡੀ ਮਾਰਕੀਟ ਅੰਡਰਸਟੈਂਡਿੰਗ ਕੀ ਹੈ, ਤੁਹਾਡੀ ਕੰਜ਼ਿਊਮਰ ਦੀ ਸਾਈਕੋ ਬਿਹੇਵੀਅਰ ਕੀ ਹੈ, ਉਹਦੀ यूटिलिटी की है, ਉਹਦੀ एक्सेप्टेंस की है। अगर आप बिजनेसमैन बनना चाहते हो तो ऐसे आपको नेटवर्किंग इवेंट्स में जाना चाहिए, ऐसे लोगों से मिलना चाहिए जिन्होंने खुद के स्टार्टअप्स किए हैं और खुद उसको नेक्स्ट लेवल पे लेके गए। तो इंडिया इज़ द कंट्री जहाँ पे एंटरप्रेन्योरशिप बहुत ग्रो होने वाली है। आप थैंकफुल हो, आप इस रोज़ाना चैनल का थैंकफुल हूँ मैं कि अब वो इतना चीज़ें दिखा रहा है, नहीं तो मीडिया बहुत कुछ गलत दिखाता रहता है सिर्फ क्योंकि आइडिया के बेसिस पे इन्वेस्टमेंट नहीं मिलती। आपको एक टीम बनानी है जो उसके लिए बहुत पैशनेट रेडी है, उस पर काम करने के लिए 5-10 साल अपना पूरा टाइम एफर्ट इन्वेस्ट करने के लिए रेडी है। तो मुझे लगता है एक मिनिमम वाइबल प्रोडक्ट जिसकी रेवेन्यू आने शुरू हो जाए और एक अच्छी फाउंडिंग टीम सबसे इंपॉर्टेंट है। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਚੰਡੀਗੜ੍ਹ DLF ਸਿਟੀ ਸੈਂਟਰ ਮਾਲ ਦੇ ਵਿੱਚ ਇੱਕ ਸਟਾਰਟਅਪ ਮੀਟ ਹੋਈ ਜਿੱਥੇ ਅੱਜ ਤਿੰਨ ਪੈਨਲਿਸਟ ਮੇਰੇ ਨਾਲ ਜੋ ਆਪਣੀ ਫੀਲਡ ਦੇ ਵਿੱਚ ਪੂਰੀ ਜਿਹੜੇ ਬੈਸਟ ਨੇ ਇਹ ਕਹਿ ਸਕਦੇ ਹਾਂ ਕਿ ਮੇਰੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਜਿਨ੍ਹਾਂ ਦਾ ਸਵਾਗਤ ਹੈ, ਛੋਟੀ ਇੰਟਰੋਡਕਸ਼ਨ ਆਪਣੇ ਬਾਰੇ। ਮੇਰਾ ਨਾਮ ਤੁਸ਼ਾਰ ਜੈਨ ਹੈ ਰਾਈਟ, ਤੇ ਮੈਂ ਇੱਕ SaaS ਕੰਪਨੀ ਸੌਫਟਵੇਅਰ ਐਜ਼ ਅ ਸਰਵਿਸ ਕੰਪਨੀ ਚਲਾ ਰਿਹਾ ਲਾਸਟ 3 ਸਾਲਾਂ ਤੋਂ ਮੁਹੱਲੀ ਵਿੱਚ। अच्छा ਜੀ ਮੇਰਾ ਨਾਮ ਵਿਨੀਤ ਖੁਰਾਨਾ ਹੈ, ਮੈਂ CEO ਹਾਂ ਸਟਾਰਟਅਪ ਐਕਸੀਲਰੇਟਰ ਚੈਂਬਰ ਆਫ ਕਾਮਰਸ ਦਾ। ਸਟਾਰਟਅਪਸ ਨੂੰ ਸਪੋਰਟ ਕਰ ਰਿਹਾ ਪਿਛਲੇ 15 ਸਾਲ ਤੋਂ। ਮੇਰਾ ਨਾਮ ਪ੍ਰਸੰਨਾ ਰਾਓ ਹੈ ਜੀ, ਆਈ ਐਮ ਦ ਫਾਊਂਡਰ CEO ਆਫ nrihelpline.com। ਅੱਛਾ ਸਰ, ਸਟਾਰਟਅਪ ਦੀ ਜਦੋਂ ਗੱਲ ਆਉਂਦੀ ਹੈ ਤਾਂ ਬੜੇ ਆਈਡੀਆਜ਼ ਆਉਂਦੇ ਨੇ। ਜਿੱਦਾਂ ਆਪਾਂ ਕਰ ਰਹੇ ਸੀ ਕਿ ਇੰਡੀਆ ਦੇ ਵਿੱਚ ਹਰ ਕਿਸੇ ਕੋਲੇ ਜਾਂ ਵੈਸੇ ਵੀ ਕਿਸੇ ਦੇ ਕੋਲੇ ਹਰ ਕਿਸੇ ਕੋਲੇ 1 ਜਾਂ 2 ਆਈਡੀਆ ਹੈਗੇ ਨੇ, ਪਰ ਆਈਡੀਆ ਤੋਂ ਵੱਡੀ ਚੀਜ਼ ਹੈ ਉਸਨੂੰ ਐਗਜ਼ੀਕਿਊਟ ਕਰਨਾ। ਤੇ ਕੀ ਫਰਕ ਕੀ ਦੇਖਦੇ ਹੋ ਕਿ ਐਗਜ਼ੀਕਿਊਸ਼ਨ ਆਈਡੀਆ ਐਗਜ਼ੀਕਿਊਟ ਕਰਨ ਦੇ ਵਿੱਚ ਕੀ ਗੈਪ ਹੁੰਦਾ ਹੈ ਜਾਂ ਕਿਵੇਂ ਐਗਜ਼ੀਕਿਊਟ ਕੀਤਾ ਜਾ ਸਕਦਾ? ਇਹ ਤਾਂ ਬੜਾ ਡੀਪ ਕੁਐਸਚਨ ਹੈ ਜੀ। ਐਗਜ਼ੀਕਿਊਟ ਸੋ ਆਈਡੀਆ ਤਾਂ ਕਿਸੇ ਨੂੰ ਵੀ ਆ ਸਕਦਾ ਹੈ ਰਾਈਟ, ਬਟ ਉਸ ਪ੍ਰੋਸੈਸ ਕੀ ਹੈ ਉਸਨੂੰ ਐਗਜ਼ੀਕਿਊਟ ਕਰਨ? ਸੋ ਪ੍ਰੋਸੈਸ ਇਹੀ ਹੈ ਕਿ ਪਹਿਲਾਂ ਜਦ ਵੀ ਤੁਹਾਨੂੰ ਆਈਡੀਆ ਆਏ ਉਹਦਾ ਛੋਟਾ ਵਰਜ਼ਨ ਉਠਾਓ ਰਾਈਟ। ਛੋਟਾ ਵਰਜ਼ਨ ਉਠਾ ਕੇ ਕੁਝ ਛੋਟੀ ਜਿਹੀ ਐਗਜ਼ੀਕਿਊਸ਼ਨ ਕਰੋ ਤੇ ਕਸਟਮਰ ਕੋਲੇ ਜਾਓ ਰਾਈਟ। ਕਸਟਮਰ ਕੋਲੇ ਜਾ ਕੇ ਜਸਟ ਟਰਾਈ ਟੂ ਫਾਈਂਡ ਆਊਟ ਕਿ ਕਸਟਮਰ ਨੂੰ ਕਿਵੇਂ ਜਿਹਾ ਲੱਗ ਰਿਹਾ ਆਈਡੀਆ ਰਾਈਟ। ਤੇ ਵਨਸ ਕਸਟਮਰ ਗਿਵਸ ਯੂ ਫੀਡਬੈਕ, ਕਸਟਮਰ ਦਾ ਤੁਹਾਨੂੰ ਫੀਡਬੈਕ ਆਉਂਦਾ ਹੈ, ਦੈਨ ਉਸ ਆਈਡੀਆ ਨੂੰ ਡਿਵੈਲਪ ਕਰੋ ਕਸਟਮਰ ਦੇ ਨਾਲ। ਦੈਟਸ ਦ ਇਹ ਆਈਡਲ ਵੇ ਹੈ ਕਰਨ ਦੀ ਰਾਈਟ। ਹੁਣ ਇਹ ਵੀ ਹੋ ਸਕਦਾ ਕਿ ਮੈਨੂੰ ਸਭ ਕੁਝ ਪਤਾ ਹੈ ਤੇ ਮੈਂ ਹੀ ਬਣਾਦਾ ਰਾਈਟ ਐਂਡ ਦੈਨ ਜਸਟ ਉਹਨੂੰ ਵੇਚੋ, ਬਟ ਤੁਹਾਨੂੰ ਨਹੀਂ ਪਤਾ ਸਭ ਕੁਝ ਰਾਈਟ। ਤਾਂ ਤੁਹਾਨੂੰ ਛੋਟਾ ਜਿਹਾ ਕੁਝ ਕਰਕੇ ਕਸਟਮਰ ਨਾਲ ਬਣਾਉਣਾ, ਦੈਟਸ ਦ ਬੈਸਟ ਵੇ। ਸਰ ਇਹ ਵੀ ਇਹਦੇ ਨਾਲ ਇੱਕ ਐਡ ਆਨ ਕਰੂੰਗਾ ਮੈਂ, ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਕਈ ਵਾਰ ਇਹ ਹੁੰਦਾ ਕਿ ਆਈਡੀਆ ਕਿਸੇ ਦਾ ਹੁੰਦਾ ਉਹ ਐਗਜ਼ੀਕਿਊਟ ਵੀ ਕਰ ਲੈਂਦਾ ਪਰ ਸਕਸੈਸ ਨਹੀਂ ਹੁੰਦਾ। ਉਹੀ ਸੇਮ ਆਈਡੀਆ ਕੋਈ ਹੋਰ ਜਦੋਂ ਐਗਜ਼ੀਕਿਊਟ ਕਰਦਾ ਉਹ ਸਕਸੈਸ ਹੋ ਜਾਂਦਾ। ਇਹ ਕਿਉਂ ਹੁੰਦਾ? ਡਿਪੈਂਡ ਕਰਦਾ ਜੀ, ਕਾਫੀ ਫੈਕਟਰ ਨੇ। ਤੁਹਾਡੀ ਪਰਸੀਵੀਅਰੈਂਸ ਕਿੰਨੀ ਹੈ, ਤੁਸੀਂ ਕਿੰਨਾ ਟਾਈਮ ਉਸ ਆਈਡੀਆ ਨੂੰ ਦੇਣਾ ਚਾਹੁੰਦੇ ਹੋ, ਤੁਸੀਂ ਕਿੰਨਾ ਫੇਲੀਅਰਸ ਨੂੰ ਐਕਸੈਪਟ ਕਰ ਸਕਦੇ ਹੋ, ਕਿੰਨੀ ਵਾਰ ਤੁਸੀਂ ਗਿਰਦੇ ਹੋ ਤੇ ਬਾਰ-ਬਾਰ ਖੜੇ ਹੋ ਸਕਦੇ ਹੋ, ਉਹ ਕਈ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਤੁਹਾਡੀ ਬੈਕਿੰਗ ਕਿੰਨੀ ਹੈਗੀ ਆ, ਤੁਹਾਡੇ ਕੋਲ ਕੋ-ਫਾਊਂਡਰਸ ਕਿੰਨੇ ਵਧੀਆ ਨੇ, ਤੁਹਾਡੇ ਕੋਲ ਸਪੋਰਟ ਸਿਸਟਮ ਕਿਹੋ ਜਿਹਾ ਹੈਗਾ, ਇਹ ਸਾਰੇ ਫੈਕਟਰਸ ਕਾਫੀ ਮੈਟਰ ਕਰਦੇ ਆ ਪੂਰੀ ਜਰਨੀ। ਤੁਹਾਡੀ ਕਨਵਿਕਸ਼ਨ ਕਿੰਨੀ ਹੈ ਤੁਹਾਡੇ ਆਈਡੀਆ, ਤੁਹਾਡੀ ਅੰਡਰਸਟੈਂਡਿੰਗ ਕਿੰਨੀ ਹੈ। ਤੁਸੀਂ ਤੇ ਮੈਂ ਘਰੇ ਬੈਠ ਕੇ ਸੋਚੀ ਕਿ ਇਹ ਤਾਂ ਬਹੁਤ ਵਧੀਆ ਆਈਡੀਆ ਤੇ ਕੰਜ਼ਿਊਮਰ ਨੂੰ ਸਮਝ ਨਾ ਆਏ ਤਾਂ ਫਿਰ ਕੀ ਫਾਇਦਾ। ਸਿੰਪਲ ਜੀ ਗੱਲ ਹੈ, ਤੁਹਾਡੀ ਮਾਰਕੀਟ ਅੰਡਰਸਟੈਂਡਿੰਗ ਕੀ ਹੈ, ਤੁਹਾਡੀ ਕੰਜ਼ਿਊਮਰ ਦੀ ਸਾਈਕੋ ਬਿਹੇਵੀਅਰ ਕੀ ਹੈ, ਉਹਦੀ यूटिलिटी ਕੀ ਹੈ, ਉਹਦੀ ਐਕਸੈਪਟੈਂਸ ਕੀ ਹੈ। ਜੋ ਤੁਸ਼ਾਰ ਨੇ ਬੜੀ ਪਹਿਲੀ ਗੱਲ ਕਿਹਾ ਕਿ ਵਾਟ ਇਜ਼, ਜੇ ਕੰਜ਼ਿਊਮਰ ਯੂਜ਼ ਕਰੇਗਾ, ਜਿੰਨਾ ਜ਼ਿਆਦਾ ਯੂਜ਼ ਕਰੇਗਾ ਉਨੀ ਤੁਹਾਡੀ ਸਕੇਲੇਬਿਲਿਟੀ ਹੈ। ਸਿੰਪਲ ਜੀ। ਇਸ ਤੋਂ ਇਲਾਵਾ ਮੰਨ ਲਓ ਐਗਜ਼ੀਕਿਊਟ ਵੀ ਹੋ ਗਿਆ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਆ ਜਾਂਦਾ ਫੰਡ ਰੇਜ਼ਿੰਗ।
ਫੰਡ ਰੇਜ਼ ਕਰਨਾ ਚਾਹੀਦਾ ਹੈ, ਨਹੀਂ ਕਰਨਾ ਚਾਹੀਦਾ, ਕਦੋਂ ਕਰਨਾ ਚਾਹੀਦਾ ਹੈ ਜਾਂ ਕਿੰਨਾ ਕਰਨਾ ਚਾਹੀਦਾ, ਇਹ ਸਾਰੇ ਸਵਾਲ ਜਿਹੜੇ ਸਾਡੇ ਐਂਟਰਪ੍ਰੈਨਿਓਰ ਹੋਣਗੇ, ਜਿਹੜੇ ਨਵਾਂ ਸਟਾਰਟਅਪ ਕਰ ਰਹੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਆਉਂਦੇ ਹੋਣਗੇ। ਤਾਂ ਮੈਨੂੰ ਲੱਗਦਾ ਕਿ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ। ਅੱਜ ਕੱਲ ਨਾ ਫੰਡ ਰੇਜ਼ ਬੜਾ ਹੀ ਗਲੈਮਰਸ ਜਿਹਾ ਬਣਿਆ ਹੋਇਆ, ਬਿਕੋਜ਼ ਵੀ ਕੀਪ ਸੀਇੰਗ, ਉਹ ਸਾਨੂੰ ਦਿਸਦਾ ਰਹਿੰਦਾ ਕਿ ਇਹਦਾ ਪੈਸਾ ਉਹ ਚੰਗਾ ਲੱਗਦਾ, ਫਲਾਣੇ ਨੇ ਇੰਨੇ ਉਠਾ ਲਏ, ਫਲਾਣੇ ਨੇ ਇੰਨੇ ਉਠਾ ਲਏ, ਰਾਈਟ। ਸੋ ਪਹਿਲਾਂ ਤੁਹਾਡੀ ਕਨਵਿਕਸ਼ਨ ਬੜੀ ਸਟਰੋਂਗ ਹੋਣੀ ਚਾਹੀਦੀ ਹੈ ਆਪਣੇ ਆਈਡੀਆ 'ਚ, ਰਾਈਟ, ਕਿਉਂਕਿ VC ਵੀ ਉਹ ਦੇਖਦਾ ਕਿ ਤੁਹਾਡੀ ਕਨਵਿਕਸ਼ਨ ਕਿਤਨੀ ਹੈ, ਰਾਈਟ। ਦੂਜੀ ਚੀਜ਼, ਤੁਸੀਂ ਪੈਸਾ ਲਾਣਾ ਕਿਸ ਤੇ ਹੈ, ਰਾਈਟ। ਉਹ ਜਸਟ ਬਿਕੋਜ਼ ਮੈਨੂੰ ਰੇਸ ਕਰਨਾ, ਮੈਂ ਰੇਸ ਕਰ ਲਿਆ, ਉਹ ਇਦਾਂ ਨਹੀਂ ਹੁੰਦਾ, ਰਾਈਟ। ਯੂ ਹੈਵ ਟੂ ਬੀ ਵੈਲ ਥੌਟ ਥਰੂ, ਵੈਲਿਊਏਸ਼ਨ ਦੇ ਲਈ ਨਹੀਂ ਕਰਨਾ, ਵੈਲ ਥੌਟ ਥਰੂ ਕਿ ਇਹ ਪੈਸੇ ਦਾ ਮੈਂ ਕਰਨਾ ਕੀ ਹੈ। ਤੁਹਾਨੂੰ ਪਤਾ ਹੈ ਕਿ ਯਾਰ ਮੈਨੂੰ ਫॉर एग्जांपल ਮੇਰੀ ਐਸਪੀਰੇਸ਼ਨ $100 ਮਿਲੀਅਨ ਦੀ ਕੰਪਨੀ ਨਹੀਂ ਬਣਾਉਂਦੀ ਹੈ, ਮੇਰੀ $2 ਮਿਲੀਅਨ ਦੀ ਕੰਪਨੀ ਬਣਾਉਂਦੀ ਹੈ, ਰਾਈਟ, ਕਿ ਥੋੜਾ ਬਣੇ ਬਟ ਸਾਰਾ ਮੈਂ ਖੁਦ ਹੀ ਘਰੇ ਲੈ ਜਾਵਾਂ, ਰਾਈਟ। ਤਾਂ ਫੰਡਿੰਗ ਦੀ ਲੋੜ ਹੀ ਨਹੀਂ ਫਿਰ, ਰਾਈਟ। ਸੋ ਯੂ ਹੈਵ ਟੂ, ਉਹ ਬਹੁਤ ਆਪਕੋ ਮਤਲਬ ਤੁਹਾਨੂੰ ਦੇਖਣਾ ਪਊਗਾ ਕਿ ਤੁਸੀਂ ਕੀ ਚਾਹੁੰਦੇ ਹੋ, ਰਾਈਟ। ਜਸਟ ਬਿਕੋਜ਼ ਸਾਰੀ ਦੁਨੀਆ ਕਰ ਰਹੀ ਹੈ ਤੁਸੀਂ ਵੀ ਕਰ ਲਓ, ਉਹ ਰਾਈਟ ਅਪਰੋਚ ਨਹੀਂ ਹੈ। ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜਦੋਂ ਫੰਡਿੰਗ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੇ ਉੱਪਰ ਇੱਕ ਬਿਗ ਬੌਸ ਆ ਕੇ ਬਹਿ ਜਾਂਦਾ, ਜਿਹੜਾ ਤੁਹਾਡੇ ਔਨ ਬੋਰਡ ਆ ਕੇ ਤੁਹਾਨੂੰ ਰਿਪੋਰਟਸ ਮੰਗਦਾ ਹੈ। ਤਾਂ ਉਹ ਚੀਜ਼ਾਂ ਕਈ ਵਾਰ ਬੰਦੇ ਨੂੰ ਜਿਹੜਾ ਬਰਡਨ ਵੀ ਹੁੰਦਾ, ਜਿੱਦਾਂ ਆਪਾਂ ਕਹਿ ਦਈਏ ਕਿ ਲੋਨ ਨਹੀਂ ਲੈਣਾ ਚਾਹੀਦਾ ਜਾਂ ਲੈਣਾ ਚਾਹੀਦਾ, ਇਸ ਨੂੰ ਲੈ ਕੇ ਅਲੱਗ-ਅਲੱਗ ਪਰਸੈਪਸ਼ਨਸ ਨੇ। ਤੁਹਾਡਾ ਕੀ ਕਹਿਣਾ? ਬਿਲਕੁਲ ਸਰ, ਇੱਕ ਬਹੁਤ ਵੱਡੀ ਲਾਇਬਿਲਿਟੀ ਹੈ ਕਿਸੇ ਤੋਂ ਵੀ ਫੰਡਿੰਗ ਲੈਣਾ, ਬਹੁਤ ਵੱਡੀ ਲਾਇਬਿਲਿਟੀ ਹੈ। ਯੂ ਆਰ ਆਨਸਰੇਬਲ ਫॉर ਐਵਰੀ ਲੋ। ਕਿ ਤੁਸੀਂ ਜੇ ਪਰਫਾਰਮ ਨਹੀਂ ਕਰ ਰਹੇ ਤੇ ਇਨਵੈਸਟਰ ਐਂਡ ਆਫ ਦਾ ਡੇ ਤੁਹਾਨੂੰ ਪੁੱਛੇਗਾ, ਤੁਹਾਡੀ ਲਾਇਬਿਲਿਟੀ ਬਣਦੀ ਹੈ ਹਰ ਚੀਜ਼ ਨੂੰ ਆਨਸਰ ਕਰਨ ਦੀ। ਤੇ ਇਕੁਇਟੀ ਇੱਕ ਇਹੋ ਜਿਹੀ ਫਾਰਮ ਹੈਗੀ ਹੈ ਜਿਹਨੂੰ ਕਹਿ ਸਕਦੇ ਹੋ ਤੁਸੀਂ, ਇਟ ਇਜ਼ ਵੈਰੀ ਐਕਸਪੈਂਸਿਵ। ਇਹਨੂੰ ਅਰਲੀ ਸਟੇਜ 'ਤੇ ਡਾਇਲਿਊਟ ਨਹੀਂ ਕਰਨਾ ਚਾਹੀਦਾ। ਐਂਡ ਜਿਵੇਂ ਤੁਸ਼ਾਰ ਗੱਲ ਕਰ ਰਹੇ ਸੀ ਵੀ ਜਦੋਂ ਤੁਸੀਂ ਐਬਸੋਲੂਟਲੀ ਸ਼ੋਰ ਹੋ ਵੀ ਤੁਹਾਨੂੰ ਇਨਵੈਸਟਮੈਂਟ ਦੀ ਕਿਉਂ ਲੋੜ ਹੈ ਤੇ ਕਿਸੇ ਇਨਵੈਸਟਰ ਦੀ ਕਿਉਂ ਲੋੜ ਹੈ ਤੇ ਉਹਦਾ ਕੀ ਸਟ੍ਰੈਟੇਜਿਕ ਰੋਲ ਰਹੇਗਾ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ, ਤਾਂ ਹੀ ਤੁਸੀਂ ਫੰਡ ਰੇਜ਼ ਕਰਨ ਦੀ ਸੋਚੋ। ਮੈਂ ਇਹਦੇ 'ਚ ਕੁਝ ਐਡ ਕਰਨਾ ਚਾਹੂੰਗਾ। ਜੋ ਵੀ ਇਨਵੈਸਟਰ ਤੁਹਾਡੇ ਬਿਜ਼ਨਸ 'ਚ ਇਨਵੈਸਟ ਕਰ ਰਿਹਾ, ਉਹਦੀ ਮਿਹਨਤ ਦੀ ਕਮਾਈ ਹੈ। ਇਫ ਯੂ ਬਲੀਵ ਇਨ ਯੋਰ ਆਈਡੀਆ, ਇਫ ਯੂ ਬਲੀਵ ਇਨ ਯੋਰ ਕੈਰੀਅਰ, ਇਫ ਯੂ ਆਰ ਸੀਰੀਅਸ ਅਬਾਊਟ ਯੋਰ ਆਈਡੀਆ, ਤਾਂ ਤੁਸੀਂ ਕਿਸੇ ਦੇ ਪੈਸੇ ਬਾਰੇ ਸੀਰੀਅਸ ਕਿਉਂ ਨਹੀਂ ਹੋ ਸਕਦੇ ਹੋ? ਉਹਦਾ ਤਾਂ ਹੱਕ ਬਣਦਾ ਹੈ ਕਿ ਤੁਹਾਡੇ ਤੋਂ ਸਵਾਲ ਪੁੱਛੇ, ਠੀਕ ਹੈ। ਸੋ ਆਈ ਥਿੰਕ ਦੈਟ ਅਕਾਊਂਟੇਬਿਲਿਟੀ ਜੇ ਤੁਹਾਡੇ ਇਕੋਸਿਸਟਮ 'ਚ ਮਿਸਿੰਗ ਹੈ, ਦੈਨ ਯੂ ਵਿਲ ਨੈਵਰ ਸਕਸੀਡ। ਮੋਰ ਓਵਰ, ਜੋ ਸਭ ਤੋਂ ਜ਼ਿਆਦਾ ਇਹ ਜੋ ਗਲੈਮਰਾਈਜ਼ ਹੋ ਰਿਹਾ, ਵੈਲਿਊਏਸ਼ਨ ਗਲੈਮਰਾਈਜ਼ ਕਰ ਰਹੀ ਹੈ। ਕਿਡਸ ਨੀਡ ਟੂ ਅੰਡਰਸਟੈਂਡ, ਵੈਲਿਊ ਬਣਾਓ, ਵੈਲਿਊਏਸ਼ਨ ਝੱਕ ਮਾਰ ਕੇ ਆਏਗੀ। ਫੋਕਸ ਔਨ ਕ੍ਰੀਏਟਿੰਗ ਅ ਵੈਲਿਊ ਫॉर योरसेल्फ, फॉर योर इन्वेस्टर, फॉर योर कंज्यूमर, वैल्यूएशन आपे आएगी। ਸੋ ਹੂ ਇਜ਼ ਬਿਲੀਵਿੰਗ ਇਨ ਯੂ, ਤੁਹਾਡਾ ਉਹਦੇ ਲਈ ਲੋਇਲ ਹੋਣਾ ਬਹੁਤ ਜ਼ਰੂਰੀ ਹੈ। ਜੋ ਸਵਾਲ ਪੁੱਛ ਰਹੇ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹ ਜ਼ਰੂਰੀ ਹੈ। ਅੱਛਾ ਜੀ, ਹੁਣ ਆਪਾਂ ਸਟਾਰਟਅਪ ਨੂੰ ਥੋੜਾ ਜਿਹਾ ਲਾਸਟ ਕੁਐਸਚਨ ਟੈਕ ਦੇ ਨਾਲ ਜੋੜੀਏ, ਤਾਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ? ਮੈਂ ਕੁਐਸਚਨ ਨਹੀਂ ਸਮਝਿਆ ਤੁਹਾਡਾ। ਜੇ ਸਟਾਰਟਅਪ ਟੈਕਨੋਲੋਜੀ ਦੇ ਨਾਲ ਮੰਨ ਲਓ ਕੋਈ ਪ੍ਰੋਡਕਟਸ ਹੈ, ਕਿ ਉਹ ਜ਼ਰੂਰੀ ਹੈ ਕਿ ਉਹ ਟੈਕਨੋਲੋਜੀ AI ਉਹ ਸਭ ਉਹਦੇ ਵਿੱਚ ਆਉਣਾ ਚਾਹੀਦਾ? ਸੋ ਟੈਕਨੋਲੋਜੀ ਕੀ ਕਰਦੀ ਹੈ, ਤੁਹਾਨੂੰ ਸਕੇਲ ਦਿੰਦੀ ਹੈ, ਰਾਈਟ। ਲੈਟਸ ਸੇ ਮੈਂ ਦੁਕਾਨ ਖੋਲ ਲਈ ਕਰਿਆਨੇ ਦੀ, ਰਾਈਟ, ਉਹ ਪ੍ਰੋਬੇਬਲੀ ਉसी ਏਰੀਆ ਨੂੰ ਕੈਟਰ ਕਰੂਗੀ, ਬਟ ਉਹੀ ਮੈਂ ਅਗਰ ਫਲਿੱਪਕਾਰਟ ਤੇ ਵੇਚ ਰਿਹਾ ਤਾਂ ਮੈਂ ਪੂਰੀ ਇੰਡੀਆ ਨੂੰ ਵੇਚ ਸਕਦਾ ਹੈ, ਰਾਈਟ। ਸੋ ਟੈਕਨੋਲੋਜੀ ਤੁਹਾਨੂੰ ਸਕੇਲ ਦਿੰਦੀ ਹੈ, ਤੁਹਾਨੂੰ ਬਿਜ਼ਨਸ बढ़ाने ਲਈ ਵਿਦਆਊਟ ਸੋ ਪ੍ਰੋਪੋਰਸ਼ਨੇਟਲੀ ਖਰਚੇ बढ़ाए ਬਿਨਾ ਬਿਜ਼ਨਸ कैसे बढ़ाना है, सो वो टेक्नोलॉजी स्केलेबिलिटी लेके आती है। ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਜਿਹੜੇ ਨਵੇਂ ਐਂਟਰਪ੍ਰੈਨਿਓਰ ਨੇ ਉਹ ਧੱਕੇ ਨਾਲ ਟੈਕ ਨੂੰ ਪ੍ਰੋਡਕਟਸ ਦੇ ਵਿੱਚ ਬਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਕਿੰਨਾ ਕੁ ਜਾਇਜ਼ ਹੈ? ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ। ਟੈਕਨੋਲੋਜੀ ਦਾ ਵੀ ਟ੍ਰੈਂਡ ਹੁੰਦਾ ਹੈ। ਜਿਵੇਂ 5-6 ਸਾਲ ਪਹਿਲਾਂ ਬਲੌਕਚੇਨ ਨੂੰ ਲੈ ਕੇ ਕਾਫੀ ਬਜ਼ਵਰਡ ਕ੍ਰੀਏਟ ਹੋਇਆ ਸੀ। ਅੱਜ ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਬਜ਼ ਕ੍ਰੀਏਟ ਕੀਤਾ ਜਾ ਰਿਹਾ ਹੈ। ਤੇ ਕੋਈ ਰੀਅਲ ਐਪਲੀਕੇਸ਼ਨ ਜੇ ਉਸ ਟੈਕਨੋਲੋਜੀ ਦੀ ਨਹੀਂ ਹੈ ਤੇ ਉਹਨੂੰ ਪਲੀਜ਼ ਫਲੌਂਟ ਨਾ ਕਰੋ। ਜਾਂ ਤਾਂ ਉਹ ਟੈਕਨੋਲੋਜੀ ਬਿਲਡ ਕਰਕੇ ਦਿਖਾਓ ਜਾਂ ਫਿਰ ਉਹਨੂੰ ਫਲੌਂਟ ਨਾ ਕਰੋ। ਉਹਨੂੰ ਤੁਸੀਂ ਫਿਰ ਆਪਣੇ ਪ੍ਰੋਜੈਕਟ ਦੇ ਪਲਾਨ ਦੇ ਵਿੱਚ ਪਾਓ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੋ ਐਕਚੁਅਲ 'ਚ। ਹਰ ਵਾਰ ਦੀ ਤਰ੍ਹਾਂ ਤੁਹਾਡਾ ਇਸ ਨੂੰ ਲੈ ਕੇ ਵੀ ਕੋਈ ਡਿਫਰੈਂਟ ਓਪੀਨੀਅਨ ਜਾਂ ਰਾਏ ਹੈ? ਆਈ ਥਿੰਕ AI ਤੇ ਟੈਕਨੋਲੋਜੀ ਜੇ ਨਹੀਂ ਹੈ ਤਾਂ ਫਿਰ ਤੁਸੀਂ ਕਾਹਦੇ ਸਟਾਰਟਅਪ ਹੋ? ਜੇ ਟੈਕਨੋਲੋਜੀ ਨਹੀਂ ਹੈ, ਤੁਹਾਡੀ ਸਕੇਲੇਬਿਲਿਟੀ ਆ ਹੀ ਨਹੀਂ ਸਕਦੀ। ਜੇ ਤੁਹਾਨੂੰ ਕੰਜ਼ਿਊਮਰ ਦੀ, ਤੁਹਾਡੇ ਆਈਡੀਆ ਦੀ, ਮਾਰਕੀਟ ਦੀ ਅੰਡਰਸਟੈਂਡਿੰਗ ਨਹੀਂ ਹੈ AI ਤੋਂ ਬਗੈਰ, ਤਾਂ ਤੁਹਾਡੇ ਬਿਜ਼ਨਸ 'ਚ ਸਕੇਲੇਬਿਲਿਟੀ ਕਿਵੇਂ ਆ ਸਕਦੀ ਹੈ? ਜਿਵੇਂ ਮੈਂ ਅੰਦਰ ਵੀ ਬੋਲਦਾ ਪਿਆ ਸੀਗਾ ਕਿ ਜੇ ਆਪਾਂ ਸ਼ਿਕਾਰ ਕਰਨ ਜਾਣਾ ਤੇ ਅੱਖਾਂ ਤੇ ਪੱਟੀ ਬੰਨ ਕੇ ਜਾਈਏ, ਨਾ ਸਾਨੂੰ ਆਈਡੀਆ ਪਤਾ ਨਾ ਕੰਜ਼ਿਊਮਰ ਪਤਾ, ਤਾਂ ਫਿਰ ਦੈਟ ਇਜ਼ ਅ ਸਟਾਰਟਅਪ ਵਿਦਆਊਟ ਟੈਕਨੋਲੋਜੀ ਐਂਡ AI। ਸੋ ਬੜਾ ਵਧੀਆ ਅੱਜ ਦਾ ਇਹ ਸਟਾਰਟਅਪ ਮੀਟ ਰਿਹਾ। ਇਸੇ ਤਰੀਕੇ ਦੇ ਨਾਲ ਵੱਖ-ਵੱਖ ਸਭ ਦੀ ਰਾਏ ਸੀ। ਤਾਂ ਜੇ ਤੁਸੀਂ ਵੀ, ਤੁਹਾਡੇ ਕੋਲੇ ਵੀ ਕੋਈ ਆਈਡੀਆ ਤਾਂ ਜ਼ਰੂਰ ਉਸ ਤੇ ਮਿਹਨਤ ਕਰੋ ਤੇ ਅੱਗੇ ਵਧੋ। ਚੰਡੀਗੜ੍ਹ ਸਿਟੀ ਸੈਂਟਰ DLF ਮਾਲ ਦੇ ਵਿੱਚ ਸਟਾਰਟਅਪ ਮੀਟ ਹੋਈ ਹੈ ਤੇ ਵੱਖ-ਵੱਖ ਜਿਹੜੇ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ। ਸਭ ਤੋਂ ਪਹਿਲਾਂ ਮੇਰੇ ਨਾਲ ਮਿਸਟਰ ਪੁਨੀਤ ਬੰਸਲ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਪਹਿਲਾਂ ਮੈਨੂੰ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ। Thank you. My name is Puneet Bansal. I am a chartered accountant and I started my first business at the age of 22.
तो मैं हिंदी में बात करता हूँ। थियॉन फार्मास्यूटिकल लिमिटेड मेरी कंपनी है जो मैंने प्रमोट की थी बहुत ही यंग एज में, एंड नाउ इट हैज स्केल्ड अप टू 1000+ एम्प्लॉयज़ एंड वी आर एक्सपोर्टिंग 30+ कंट्रीज़। एंड उसके बाद मैंने मल्टीपल बिजनेसेस वेंचर आउट किए हैं। तो आज का जो सेशन, और मैंने एक अपना यूट्यूब चैनल भी बनाया है फॉर एंटरप्रेन्योर्स, ताकि वो हेल्प कर पाऊँ मैं एंटरप्रेन्योर्स को आगे ग्रो करने के लिए, बिकॉज काफ़ी लोग अटक जाते हैं। तो आज इंडिया में स्टार्टअप्स कम्युनिटी बहुत पॉपुलर हो गई है। इंडिया में अगर हम प्राइम मिनिस्टर साहब की बात करें, स्टार्टअप कम्युनिटी बहुत आ गई है, इकोसिस्टम आ गया। तो आज का ये जो टॉपिक है स्टार्टअप मीटअप, ये एक बंदा है जिसका आइडिया है, जिसको कुछ लाइफ में बड़ा करना है, उसको नहीं पता उसको कैसे करना है, दिमाग में आइडिया है, उसके लिए ये सेशंस बहुत इंपॉर्टेंट है। क्योंकि कोई मेंटर, कोई कोच नहीं करता। आज से 15-20 साल पहले ऐसे सेशंस नहीं होते थे, क्योंकि लोग नहीं बताते थे कि यार सीक्रेट्स क्या हैं, कि मैं क्यों बताऊं। आज लोग शेयर करने को तैयार हैं, आज इन्फॉर्मेशन मिल रही है। प्लीज़ अपने नेटफ्लिक्स को छोड़ दो, अपने फालतू के रील्स को छोड़ दो और ऐसे इवेंट्स में, नेटवर्किंग इवेंट्स में जाओ। अगर आप खुद एक बिजनेसमैन, एक एंटरप्रेन्योर बनना चाहते हो और आप एक जॉब सीकर से जॉब क्रिएटर बन सकते हो, तो ऐसे। हाँ, नेटफ्लिक्स भी एक अच्छा आइडिया था, एक अच्छा स्टार्टअप था। अब वो नेटफ्लिक्स अगर आप एज अ कंजम्पशन की तरह देख रहे हो तो आप एक कस्टमर ही हो, बट आप एक बिजनेस की तरह देख रहे हो तो बहुत ही बढ़िया आइडिया है। तो अगर आप बिजनेसमैन बनना चाहते हो तो ऐसे आपको नेटवर्किंग इवेंट्स में जाना चाहिए, ऐसे लोगों से मिलना चाहिए जिन्होंने खुद के स्टार्टअप्स किए और खुद उसको नेक्स्ट लेवल पे लेके गए। तो इंडिया इज द कंट्री जहाँ पे एंटरप्रेन्योरशिप बहुत ग्रो होने वाली है। आप थैंकफुल हो, आप इस रोजाना चैनल का थैंकफुल हूँ मैं कि अब वो इतना चीज़ें दिखा रहा है, नहीं तो मीडिया बहुत कुछ गलत दिखाता रहता है। तो अब आप एंटरप्रेन्योर बनना चाहते हो तो गो ऑल आउट, ऐसे इवेंट्स में जाओ, स्टार्टअप मीट्स में जाओ, नेटवर्किंग इवेंट्स में जाओ और लिंक्डइन को यूज़ करो। इंस्टा रील को छोड़ दो, थोड़ा कम करो, मैं भी इंस्टा में हूँ, बट फोकस ऑन एंटरप्रेन्योरशिप। एंड आई एम श्योर ये आप 5-10 साल में आप यहाँ पे होंगे और आप किसी को ऐसे इंस्पायर कर रहे होंगे। अच्छा, इसके अलावा जो हमारे दर्शक देख रहे हैं, इनके पास हो सकता है कि कोई आइडिया हो, अगर मैं गलत नहीं हूँ तो मुझे लगता है कि आप इन्वेस्टमेंट भी करते हो और ऐसे अच्छे आइडियाज़ जो फाउंडर हैं उनको ढूंढ भी रहे हो कि जिनकी कंपनीज में आप पैसा लगा के दुगना तिगना चौगना कर सको। और नहीं, 10 गुना। 10 गुना, हाँ, 10 गुना। हाँ, दुगना से क्या मजा आएगा? जब पैसा डाला है तो कम से कम 10 गुना होना चाहिए ना। दुगना तो आप स्टॉक मार्केट से भी करते हो, बट स्टार्टअप में हम सोचते हैं 10x रिटर्न, क्योंकि उसमें रिस्क भी ज़्यादा है। तो हाँ, मैं आई एम इन्वेस्टर कम्युनिटी में एक्टिव हूँ। चंडीगढ़ एंजल नेटवर्क्स है और बहुत सारे एंजल नेटवर्क्स हैं स्टार्टअप कम्युनिटी में। मैं मतलब कि, बट ऐसा कोई आइडिया हो जिसका आइडिया पूछना चाह रहा था कि किस चीज़ को देख के अगर आप किसी चीज़ में इन्वेस्ट करना चाहते हो तो सबसे पहली चीज़ क्या देखते हो? सबसे पहले तो 2-3 चीजें बड़ी इंपॉर्टेंट है। एक तो मिनिमम वाइबल प्रोडक्ट, MVP बोलते हैं। कुछ प्रोडक्ट बनाया भी है कि उसकी वाइबिलिटी भी है कि सिर्फ हवा में, सिर्फ आइडिया है पेपर में। उसको मिनिमल वाइबल प्रोडक्ट बनाओ, उसकी थोड़ी मार्केट रिसर्च लेके आओ। अगर उसका रेवेन्यू आ चुका है, वेरी गुड है, आपने कस्टमर से कुछ रेवेन्यू निकाला है, उसका बहुत अच्छा चीज़ है। एक फाउंडिंग टीम चाहिए, सिर्फ क्योंकि आइडिया के बेसिस पे इन्वेस्टमेंट नहीं मिलती। आपको एक टीम बनानी है जो उसके लिए बहुत पैशनेट रेडी है, उस पर काम करने के लिए 5-10 साल अपना पूरा टाइम एफर्ट इन्वेस्ट करने के लिए रेडी है। तो मुझे लगता है एक मिनिमम वाइबल प्रोडक्ट जिसकी रेवेन्यू आने शुरू हो जाए और एक अच्छी फाउंडिंग टीम सबसे इंपॉर्टेंट चीज़ है। अच्छा, फंड रेजिंग कितनी ज़रूरी है और कितनी रिस्की है या कितनी खतरनाक है? फंड रेजिंग, अगर मैंने आज भी डिस्कशन में यही बोला कि अगर पैसा नहीं चाहिए तो मत लो भाई, ज़रूरी नहीं है। क्योंकि आप बूटस्ट्रैप करो, आप अपने पहले फ्रेंड्स एंड फैमिली से पैसा बोरो करो, या फिर अपना खुद का अगर आपने सेविंग की है वो यूज़ करो। फंड्स रेजिंग तब करो जब एक्चुअली में नीड है। ज़बरदस्ती के लिए पैसा मत लो, क्योंकि आप किसी का पैसा लेते हो तो वो आपके सर पे बैठ सकता है और आपसे पूछता है, सवाल पूछेगा, क्वार्टरली रिपोर्टिंग पूछेगा कि यार ये क्या क्या कहाँ कहाँ यूज़ किया। पर आज निकल के ये भी बात सामने आई कि जब ज़रूरत है तब कभी भी फंड रेज मत करो, तो बार्गेन नहीं हो सकता। हाँ, बिकॉज क्या था, आप डेस्परेट हो जाते हो, मुझे पैसा चाहिए, पैसा चाहिए। तो आपके पास एटलीस्ट हम कहते हैं 2 साल का पैसा होना चाहिए। लेट्स से आपका खर्चा है 2 लाख रुपए महीने का, तो आपके पास अगर मान के चलो 48 लाख रुपए, 48-50 लाख पड़ा होना चाहिए, या फिर एटलीस्ट 1 ईयर का। नहीं तो ऐसा ना हो कि आपके पास फंडिंग नहीं है और आप बंद करते स्टार्टअप। आइडिया बड़ा अच्छा था, फाउंडिंग टीम अच्छी थी, बट पैसे के कारण रुक गया। दैट इज़ वेरी डिसअपॉइंटिंग। तो आजकल लोगों को पैसा मिल जाएगा अगर आपके आइडिया में दम है और आप डेस्परेट नहीं। हमारी फैक्ट्री एक नालागढ़ में, एक डेराबस्सी में शुरू हो रही है और वो हर एक बड़े बड़े कंपनीज के लिए मेडिसिन बनाती है। सन फार्मा, सिप्ला, एलेम्बिक, एल्केम, और वो कंपनी एक्सपोर्ट भी करती है 30 कंट्रीज में। तो वो एक कंपनी थी। उसके बाद हमने मारुति नेक्सा की डीलरशिप्स ली। उसके बाद मेरा एक ई-कॉमर्स वेंचर भी है जो हमने अच्छे लेवल पे स्केल अप कर दिया। वो हम उनमें जो लोगों के पास आइडिया नहीं है बट वो पैशनेट है, हम उनको हेल्प करते हैं
पार्टनरशिप देके उनको हेल्प करते हैं ग्रो करने में। तो बहुत सारी चीज़ें मैं करता हूँ मल्टी, और आज मैं इन्वेस्टमेंट भी करता हूँ, खुद चार्टर्ड अकाउंटेंट हूँ, तो बहुत सारी चीज़ें करता हूँ। ਅੱਛਾ ਜੇ ਕਿਸੇ ਕੋਲੇ ਕੋਈ ਚੰਗਾ ਜਿਹਾ ਆਈਡੀਆ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਹਾਡੇ ਕੋਲੇ ਆਪਣਾ ਪ੍ਰਪੋਜ਼ਲ ਲੈ ਕੇ ਆਉਣਾ ਚਾਹੁੰਦਾ ਹੈ, ਉਹ ਕਿਸ ਤਰੀਕੇ ਨਾਲ ਤੁਹਾਡੇ ਤੱਕ ਪਹੁੰਚ ਸਕਦਾ ਹੈ? तो दो तरीके हैं। मेरा पुनीत बंसल मेरा नाम है, आप मेरा फेसबुक हैंडल या फिर इनफैक्ट बेटर है लिंक्डइन या यूट्यूब हैंडल पे चले जाइए, पुनीत बंसल। वहाँ पे मैंने यूट्यूब के कुछ वीडियोस भी बनाए, वो प्लीज़ देखना 2-3 वीडियोस, और मैंने 100+ वीडियोस बना लिए हैं। और आप लिंक्डइन पे मेरे को कनेक्ट कर सकते हैं, पुनीत बंसल, आपको मिल जाएगा, मेरी फोटो से देख लेंगे, नहीं तो थियोन फार्मा देख लेना पुनीत बंसल, तो आपको मिल जाएगा और आप मुझे पिंग कर सकते हैं। बट कुछ हो कंक्रीट तब आना, सिर्फ ये नहीं है कि मुझे फंडिंग चाहिए, पैसा चाहिए, बहुत सारे ऐसी लीड्स आती हैं जो इग्नोर कर देते हैं। अगर आपके पास है तो मैं आपको खुद नहीं करूँगा, तो मैं आपको राइट लोगों से कनेक्ट करा दूँगा। ਸੋ ਵਾਕਈ ਜੇ ਤੁਹਾਨੂੰ ਫੰਡ ਦੀ ਜ਼ਰੂਰਤ ਹੈ, ਤੁਹਾਡੇ ਕੋਲੇ ਕੋਈ ਚੰਗਾ ਜਿਹਾ ਆਈਡੀਆ ਹੈ ਤੇ ਤੁਹਾਨੂੰ ਪਤਾ ਹੈ ਕਿ ਉਹ ਫੰਡ ਨੂੰ ਕਿੱਥੇ ਯੂਜ਼ ਕਰਨਾ, ਤਾਂ ਤੁਸੀਂ ਮਿਸਟਰ ਪੁਨੀਤ ਬਾਂਸਲ ਹੋਰਾਂ ਨੂੰ ਮਿਲ ਸਕਦੇ ਹੋ। ਉਹਨਾਂ ਨੇ ਦੱਸਤਾ ਤਰੀਕਾ ਤੁਹਾਨੂੰ। ਸੋ ਤੁਸੀਂ ਸਾਡੇ ਨੀਚੇ ਦਿੱਤੇ ਕਮੈਂਟ ਬਾਕਸ ਤੇ ਵੀ ਕਮੈਂਟ ਕਰਕੇ ਕੁਝ ਦੱਸ ਸਕਦੇ ਹੋ, ਆਪਣੇ ਆਈਡੀਆ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਮੇਰੇ ਨਾਲ ਇਸ ਵਕਤ ਮਿਸਟਰ ਗੌਰਵ ਮੌਜੂਦ ਨੇ, ਜਿਸ ਨੇ ਇਸ ਨੂੰ ਸਾਰੀ ਨੂੰ ਆਰਗੇਨਾਈਜ਼ ਕੀਤਾ ਤੇ ਹੋਸਟ ਵੀ ਕੀਤਾ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸੋ ਕਿਵੇਂ ਆਈਡੀਆ ਆਇਆ ਕਿ ਇੱਕ ਅਜਿਹੀ ਮੀਟ ਹੋਣੀ ਚਾਹੀਦੀ ਹੈ? यार देखो, स्टार्टअप का ना एक ट्रेंड है, और चंडीगढ़ में ये बोला जाता है कि यहाँ पर जो कंपनीज़ हैं वो इतना ज़्यादा इस्टेब्लिश नहीं है जितना कि बाहर Tier 1 में आप बात करो। आज देख के मुझे लगता है जिसने ये मीट देखी होगी वो परसेप्शन चेंज हो जानी चाहिए। बस ये परसेप्शन चेंज करने के लिए एक इनिशिएटिव था। हम चाहते हैं लोगों को पता लगे कि चंडीगढ़ में भी वो दम है, स्टार्टअप्स हैं यहाँ पे। आज आपने देखा होगा, सुना होगा कि काफ़ी सारे सक्सेसफुल एंटरप्रेन्योर्स हमारे साथ जुड़े, सौरभ मुंजाल जी हमारे साथ जुड़े, लाहौरी जी, पीछे ये पिक्चर्स देख सकते आप देख रहे हैं, जितने भी पैनलिस्ट हैं ये सब चंडीगढ़ से हैं। तो ये जो परसेप्शन बनी हुई है कि चंडीगढ़ में आप स्टार्टअप नहीं कर सकते, उसको दूर करने के लिए हमने ये ऐसा कॉन्सेप्ट रखा था। अच्छा, कौन कौन था आज? आज हमारे साथ देखिए, सबसे बड़े तो जो हमारे हीरो थे वो हमारे लाहौरी जीरा के सौरभ मुंजाल जी। उसके बाद हमारे साथ तुषार जैन जी जुड़े हैं एंथू AI से, जिनकी पिक्चर ये लगी हुई है। SK अरोड़ा जी जो कि टाई के मेंबर भी हैं, वो हमारे साथ जुड़े हैं। इनकी भी अपनी ऑर्गेनाइजेशन है ऐप स्मार्ट्स के नाम से। इसमें मैं थैंक यू करना चाहूँगा SACC का और चंडीगढ़ एंजल्स नेटवर्क का। और सबसे बड़ा थैंक यू देखिए हमेशा रहेगा जो सिटी सेंटर मॉल ने हमें जो वेन्यू दिया मैं ये DLF। पूछना चाहूँगा कि वाई सिटी सेंटर, आपने चंडीगढ़ के जो सभी एंटरप्रेन्योर्स बुलाए उनको आप कहीं और भी बुला सकते थे, वाई आपने क्यों DLF ही चुना, सिटी सेंटर मॉल ही क्यों चुना? देखिए, DLF हमेशा से आगे रहा है एक कम्युनिटी बिल्डिंग करने में। तो सिर्फ स्टार्टअप कम्युनिटी की वेन्यू का नहीं है यहाँ पे। यहाँ पे हम HR इवेंट्स भी करते हैं, यहाँ पे हम कॉर्पोरेट इवेंट्स भी करते हैं। तो मेरा ईशा के साथ डिस्कशन हुआ था कि इस बार क्यों ना हम कुछ स्टार्टअप के लिए करें। तो एक कम्युनिटी बिल्डिंग हो रही है यहाँ पे हर तरह के लोगों के साथ। तो इस बार हमने जो इनिशिएटिव लिया है वो स्टार्टअप के फाउंडर्स के साथ या जो स्टैब्लिश है उनके साथ लिया है। प्लस DLF में खास क्या है कि आप किसी भी मॉल में आप चले जाएं, वो एक होम वाली फीलिंग आपको लगता है कि आप एक अपने घर में आए हैं। ऑफर्स तो वही हैं, ठीक है, PVR का एम्बियंस है, 60% के ऑफ हैं। तो वो लोगों को हम एक अवेयरनेस क्रिएट करना चाहते हैं, एक्सपीरियंस देना चाहते हैं कि जो चंडीगढ़ का जो सबसे बेस्ट मॉल है वो सिटी सेंटर मॉल ही है। थैंक यू सो मच।